परम सत्कारयोग साध संगत जी, अपनी रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, साखी दा सिरलेख है हंस हंसणी। ये साखी संबंधित है प्रीतम सिंह पुत्र ज्वाला सिंह मठाड़ू ते बीबी चरणन कौर पिता उधम सिंह जलंधर। साखी है हंस हंसनी। जन्म जन्म की इस मन को मल लागी, काला होआ सियाहो, खनली तोती उजली न होवई, जेसो तोवन पाहो, गुर प्रसादी जीवत मरै, उल्टी होवै मत बदलाहो, नानक मैल न लगई ना फिर जोनी बाहो। मैं मिडल पास किया ते जीवन दी 24 बहार चढ़ी तां खंभ निकल आए। 1948 विच उडारी भरी ते नैरोबी पहुंच गया। उत्थे इलैक्ट्रिकल कंपनी विच भर्ती हो गया। पैसे लगे आउण, पैसिया मत मार दिती। 3 साल बीत गए। इन्नी दिनी म्यूनसिपल कौंसल दियां लाडियां विच इक्को कमरे विच 4 शरीर रहिंदे सन। छटे फूके भैड़े नूं चंद्रा 100 को दा पैंडा मार के मिलदा है। मेरी उन्हां नाल पग वट गई। बस पंजे ऐब शरई, शबाब, शराब, कबाब ते रबाब दा मेल हुंदा है। संत प्रीतम सिंह जी, जो तुसी कहंदे हो सब ठीक। मैं तां इउं कहांगा कि लोग घरों बाहर पौंड कमाण जांदे हन ते उत्थे जाके मुंडे कुड़ियां गवा के दिन दीवी सिर मुना के घर ही परतदे हन। हाँ मास्टर जी, मेरे नाल भी कुछ अजिही बीती। भागा नाल मेरे दादी हरनाम कौर भोली ते सतगुरु राम सिंह दी किरपा सी। ਉਹ ਭਜਨ ਬਾਣੀ ਕਰਿਆ ਕਰਦੇ ਸਨ। ਮੈਂ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਦਾ। ਸੰਤ ਜੀ, ਤੁਸੀਂ ਇਹਨਾਂ ਗੱਲਾਂ ਨੂੰ ਛੱਡੋ, ਅਗਾਂਹ ਟੁਰੋ। ਨੀਰਾ ਪੜ੍ਹਨ ਨਾਲ ਕੀ ਬਣਦਾ ਹੈ? ਬੁੱਲਾ ਕਹਿੰਦਾ ਏ, ਬੁੱਲਿਆ 4 ਛੁਫੇਰੇ, ਢੇਰ ਕਿਤਾਬਾਂ ਅੰਦਰ ਘੁੱਪ ਹਨੇਰਾ। ਨੀਰਾ ਪੜ੍ਹਨ ਪੜ੍ਹਾਉਣ ਨਾਲ ਕੁਝ ਨਹੀਂ ਬਣਦਾ। ਇੱਥੇ ਅਮਲ ਦੀ ਲੋੜ ਹੈ। पर उत्थे प्रचारक जद स्टेज ते खड़े होके लैक्चर करते तो पूरा जोर ला के कहते, कालयुग विच 10वें पातशाह पिछों श्री गुरु ग्रंथ साहिब गुरु है। इस समय कोई देहधारी गुरु नहीं हो सकता। मन विच कई उधेड़ बुण लगे रहन कि प्रचारक कुछ कहते हैं ते बाणी होर दसदी है। मनमत दा जोर सी। मेरा मेल जोल भी ਉਹਨਾਂ ਨਾਲ ਸੀ ਜਿਨ੍ਹਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਭਾਈ ਸਿੱਖਾ, ਤੂੰ ਮਨਮੁਖ ਬਾਰੇ ਬਾਣੀ ਦੁਆਰਾ ਸੁਣਿਆ ਹੈ? ਉਹ ਕਹਿੰਦੀ ਏ, ਮਨਮੁਖ ਸੇਤੀ ਦੋਸਤੀ, ਥੋੜੜੇ ਆਦਿ ਨਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਸ ਦੋਸਤੀ ਚਲਨ ਵਿਕਾਰ। श्री सतगुरु जगजीत सिंह जी कालजुगी जियां नूं राहे पाण हित 1962 विच निरोबी चरण पाए। नामधारियां बड़ा शानदार पंडाल बनाया। ख्याल आया कि जाके कुकिया दा दीवान सुनिए, पर झाका लगे कि मेरे यार बेली की कहणगे। उधर सिंह सभियां सतगुरां दे दौरे दी महानता नूं घटाउण खातर दारुसलाम तो ਗਿਆਨੀ ਅਮੋਲਕ ਸਿੰਘ ਨੂੰ ਬੁਲਾ ਲਿਆ। ਉਹ ਉਚੇਚਾ ਹਵਾਈ ਜਹਾਜ਼ ਰਾਹੀਂ ਇੱਥੇ ਪਹੁੰਚਿਆ। ਜਦੋਂ ਗੁਰਦੁਆਰੇ ਦੇ ਗੇਟ ਅੱਗੇ ਪਹੁੰਚਿਆ ਤਾਂ ਸਾਰੀ ਸੰਗਤ ਹਾਲ ਵਿੱਚੋਂ ਬਾਹਰ ਨਿਕਲ ਆਈ। ਮਨ ਵਿੱਚ ਬੜੀ ਭਾਨ ਪਈ, ਚੰਗਾ ਗੁਰੂ ਏ। ਸੰਗਤਾਂ ਇੱਕ ਪ੍ਰਚਾਰਕ ਦੇ ਆਉਣ 'ਤੇ ਉਸ ਦੇ ਸਵਾਗਤ ਵਾਸਤੇ ਉੱਠ ਦੌੜਦੀਆਂ ਹਨ। ਸਾਰੇ ਪ੍ਰਬੰਧਕ ਗੇਟ ਕੋਲ ਜਾ ਖਲੋਤੇ। ਗੁਰੂ ਅੰਦਰ, ਸੰਗਤਾਂ ਬਾਹਰ। संत अमोलक सिंह अंदर आए। लैक्चर शुरू होए। सब तो पहला बीबी रजिंदर कौर सकत्तर ने गर्मा गर्म तकरीर की। संगतां जयकारे छड्डे, पर मेरे मन ते कोई चंगी परछां ना पाई। मुड़ संत उठे,
ਉਹਨਾਂ ਕਿਹਾ ਭਜਨ ਬੰਦਗੀ ਕਰਨ ਵਾਲਿਆਂ ਨੂੰ ਸੰਤ ਕਹਿ ਸਕਦੇ ਹਾਂ, ਬਾਬਾ ਕਹਿ ਸਕਦੇ ਹਾਂ, ਪਰ ਉਹ ਗੁਰੂ ਨਹੀਂ ਹੋ ਸਕਦਾ। ਉਸ ਵੀ ਗੋਗਲੂਆਂ ਤੋਂ ਮਿੱਟੀ ਝਾੜੀ। ਸੰਗਤ ਜੈਕਾਰੇ ਛੱਡਦੀਆਂ ਗਈਆਂ। ਸੰਗਤਾਂ ਵੱਲੋਂ ਉਸ ਨੂੰ ਇੱਕ ਟੇਪ ਰਿਕਾਰਡ ਤੇ ਸੁਨਹਿਰੀ ਕਬਜੇ ਵਾਲੀ ਕਿਰਪਾਨ ਪੇਸ਼ ਕੀਤੀ ਗਈ। ਮੇਰੇ ਮਨ 'ਤੇ ਕੋਈ ਚੰਗਾ ਅਸਰ ਨਾ ਹੋਇਆ, ਕਿਉਂਕਿ ਸੰਤਾਂ ਦੇ ਪਿੱਛੋਂ ਰਾਗੀ ਸਿੰਘਾਂ ਇਹ ਸ਼ਬਦ ਪੜ੍ਹਿਆ ਸੀ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲਾਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਮੈਂ ਕਈ ਵਾਰ ਚੋਰੀ ਛਿਪੇ ਸਤਿਗੁਰਾਂ ਦੇ ਦੀਵਾਨ ਵਿੱਚ ਜਾਣਾ ਤੇ ਦਰਸ਼ਨ ਕਰਨੇ। ਮਨ ਨੇ ਹੁੰਗਾਰਾ ਭਰਨਾ ਕਿ ਰਾਹ ਠੀਕ ਜਾਪਦਾ ਹੈ। ਸਮਾਂ ਬਦਲ ਗਿਆ, ਰੁੱਤ ਬਦਲ ਗਈ। ਸਤਿਗੁਰੂ ਜਗਜੀਤ ਸਿੰਘ ਨਰੋਬੀ ਚਰਨ ਪਾਏ। ਸਿੱਖ ਟੈਂਪਲ ਵਿੱਚ ਸੂਬਾ ਦਰਸ਼ਨ ਸਿੰਘ ਦੀਵਾਨ ਲਾਇਆ। ਉਹਨਾਂ ਮਨ ਦੀਆਂ ਘੁੰਡੀਆਂ ਖੋਲੀਆਂ। ਵੱਡੇ ਵੱਡੇ ਪੇਚ ਢਿੱਲੇ ਪੈ ਗਏ। ਮੁੜ ਪੰਡਿਤ ਗੋਪਾਲ ਸਿੰਘ ਜੀ ਦੀਵਾਨ ਲਾਇਆ। ਇਹਨਾਂ ਬੜੇ ਸਰੂਰ ਵਿੱਚ ਕਿਹਾ, ਕੋਈ ਕਰਾਮਾਤੀ ਹੱਡੀ ਵਿੱਚ ਜਾਨ ਪਾ ਸਕਦਾ ਹੈ, ਮੁਰਦੇ ਪਾਸੋਂ ਗੱਲਾਂ ਕਰਵਾ ਸਕਦਾ ਹੈ, ਕੰਧਾ ਦੁੜਾ ਸਕਦਾ ਹੈ, ਪਰ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸ਼੍ਰੀ ਗੁਰੂ ਅਮਰਦਾਸ ਜੀ ਦੀ ਗਵਾਹੀ ਪੇਸ਼ ਕੀਤੀ, ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਵਿਹੂਣੇ, ਮਨ ਮੁਖੀ ਜਾਸਨ ਜਨਮ ਗਵਾਏ। ਦੀਵਾਨ ਸਮਾਪਤੀ ਤੋਂ ਪਹਿਲਾਂ ਪੰਡਿਤ ਜੀ ਹੋਕਾ ਦਿੱਤਾ, ਕੋਈ ਹੈ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਜਿਸ ਦੇ ਕਪਤਾਨ ਇਸ ਵੇਲੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਹਨ ਤੇ ਸਤਿਗੁਰੂ ਜਗਜੀਤ ਸਿੰਘ ਜੀ ਟਿਕਟਾਂ ਵੰਡ ਰਹੇ ਹਨ? ਹੈ ਕੋਈ ਟਿਕਟ ਲੈਣ ਵਾਲਾ ਚਾਹਵਾਨ? ਮੈਂ ਵੀ ਚੱਕਦਾ ਚੱਕਦਾ ਕਤਾਰ ਵਿੱਚ ਜਾ ਖਲੋਤਾ। ਉਹਨਾਂ ਕੰਨ ਵਿੱਚ ਫੂਕ ਮਾਰ ਦਿੱਤੀ। ਬਿਰਤੀ ਵਿੱਚ ਫਰਕ ਪੈ ਗਿਆ। ਉਸ ਤੋਂ ਉਪਰੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਘਰੀ ਚਰਨ ਪਾਏ। ਤੀਨਾ ਵੇਖ ਮਨ ਚਾਓ ਉੱਠੇ, ਲੋਕ ਲੱਜਿਆ ਦਾ ਬੁਰਕਾ ਪਾੜ ਅੱਗੇ ਜਾ ਖਲੋਤਾ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ। ਸੱਚੇ ਪਾਤਸ਼ਾਹ ਜੀ ਵੱਲੋਂ ਪ੍ਰਸ਼ਨ ਸੀ, ਕੁਝ ਖਾਣਾ ਪੀਣਾ ਵੀ ਹੈ? ਇਹ ਸੁਣਦਿਆਂ ਮੇਰੇ ਜੀਵਨ ਦੀ ਫਿਲਮ ਸਾਰੀ ਦੀ ਸਾਰੀ ਅੱਖਾਂ ਅੱਗੇ ਆ ਗਈ। ਕੁੱਕੜਾਂ ਬਟੇਰਿਆਂ ਦੀ ਚੂੰ ਚੂੰ ਨੇ ਮੇਰਾ ਗਲਾ ਰੋਕ ਦਿੱਤਾ। ਕੋਲ ਸਰਦਾਰ ਸੂਰਤ ਸਿੰਘ ਖੜੇ ਸਨ। ਉਹਨਾਂ ਕਿਹਾ, ਜਿਸ ਸਣੇ ਖੰਭਾ, ਪਰ ਜਦ ਬਖਸ਼ਿਸ਼ਾਂ ਦੇ ਦਰਵਾਜ਼ੇ ਖੁੱਲ੍ਹਦੇ ਹਨ ਤਾਂ ਕੌਣ ਰੋਕ ਸਕਦਾ ਹੈ? ਬਚਨ ਹੋਇਆ, ਅੱਗੋਂ ਤੋਂ ਨਾ ਖਾਈ। ਮੈਂ ਸਿਰ ਚਰਨਾਂ 'ਤੇ ਰੱਖ ਦਿੱਤਾ ਤੇ ਗਰੀਬ ਨਿਵਾਜ ਜੀ ਮੇਰੀ ਕੰਡ 'ਤੇ ਆਪਣੇ ਕਰ ਕਮਲਾਂ ਨੂੰ ਰੱਖਿਆ ਤੇ ਸਾਰੇ ਪਿੱਠ 'ਤੇ ਫੇਰਿਆ। ਸਾਰੇ ਸਰੀਰ ਵਿੱਚ ਜਿਵੇਂ ਬਿਜਲੀ ਦੀ ਲਹਿਰ ਦੌੜ ਗਈ ਹੋਵੇ, ਐਵੇਂ ਜਾਪਿਆ। ਸੰਤ ਜੀ, ਤੁਸੀਂ ਠੀਕ ਕਹਿ ਰਹੇ ਹੋ। ਜਦ ਘੋੜੇ ਦੀ ਗਰਦਨ 'ਤੇ ਮਾਲਕ ਦਾ ਹੱਥ ਫਿਰੇ ਤਾਂ ਉਹ ਫੁੰਕਾਰੇ ਮਾਰਨ ਲੱਗ ਪੈਂਦਾ ਹੈ। ਉਸ ਦਾ ਸਰੀਰ ਵਿੱਚ ਸੇਰਾ ਲਹੂ ਵੱਧ ਜਾਂਦਾ ਹੈ। ਉਹ ਫੁੱਲਿਆ ਨਹੀਂ ਸਮਾਂਦਾ। ਗਊ ਦੀ ਪਿੱਠ 'ਤੇ ਗਊ ਦੇ ਮਾਲਕ ਦਾ ਹੱਥ ਫਿਰ ਜਾਵੇ ਤਾਂ ਗਊ ਦਾ ਹਵਾਨਾ ਭਾਰਾ ਹੋ ਜਾਂਦਾ ਹੈ। ਤਿਵੇਂ ਜਦ ਪਤੀ ਦਾ ਹੱਥ ਕਿਸੇ ਵੇਲੇ ਪਤਨੀ ਨੂੰ ਛੂਹ ਜਾਵੇ ਤਾਂ ਉਸ ਦੀਆਂ ਅੱਖਾਂ ਵਿੱਚ ਸਰੂਰ ਭਰ ਜਾਂਦਾ ਹੈ। ਭਲਾ ਜਦ ਖੰਡਾ ਬ੍ਰਹਮੰਡਾਂ ਦੇ ਮਾਲਕ ਦੇ ਹੱਥਾਂ ਦੀ ਛੂਹ ਭਾਗਾਂ ਵਾਲੇ ਨੂੰ ਨਸੀਬ ਹੋ ਜਾਵੇ ਤਾਂ ਪਾਮਰ ਵੀ ਸ਼ਰਮ ਨਾਲ ਪਾਣੀ ਵਿੱਚ ਡੁੱਬ ਮਰਦਾ ਹੈ। ਸੰਤਾਂ ਕਿਹਾ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਤਿਗੁਰ ਦੀ ਦੇਹ ਸ਼ਬਦ ਦੀ ਹੁੰਦੀ ਹੈ। ਉਸ ਦੇ ਨੇਤਰਾਂ ਵਿੱਚ ਅੰਮ੍ਰਿਤ ਰਸਨਾ ਤੇ ਸਵਰਸਤੀ। ਉਸ ਦੀ ਸਪਰਸ਼ ਪਾਰਸ ਛੂ ਨੂੰ ਮਾਤ ਪਾਉਣ ਵਾਲੀ, ਉਹ ਜਨਮ ਜਨਮਾਂਤਰਾਂ ਦੀ ਮੈਲ ਲਾ ਦੇਵੇ। ਉਹ ਕੱਚ ਨੂੰ ਕੰਚਨ ਤੇ ਪੱਥਰ ਨੂੰ ਪਾਰਸ ਵਿੱਚ ਬਦਲਣ ਵਾਲੀ। ਸੱਚੇ ਪਾਤਸ਼ਾਹ ਉਸੇ ਵੇਲੇ ਇਹ ਵੀ ਬਚਨ ਕੀਤਾ, ਸਾਰਾ ਪਰਿਵਾਰ ਕੇਸਾਂ ਵਿੱਚ ਜਲ ਪਾਇਆ ਕਰੋ ਤੇ ਭਜਨ ਕਰਿਆ ਕਰੋ। ਮੈਂ ਕੇਵਲ ਇਤਨਾ ਕਹਿ ਸਕਿਆ, ਤੁਹਾਡੀ ਬਖਸ਼ਿਸ਼ ਚਾਹੀਦੀ ਏ। ਸੱਚੇ ਪਾਤਸ਼ਾਹ ਚਰਨ ਪਾਏ। ਅੰਦਰ ਬਾਹਰ ਖੁਸ਼ੀਆਂ ਨਾਲ ਭਰ ਗਿਆ। ਅੱਗੇ ਸੁਣੋ ਹੋਰ ਵਾਰਤਾ। ਮੇਰੀ ਸਿੱਖਣੀ ਮੇਰੇ ਨਾਲੋਂ 4 ਕਦਮ ਅੱਗੇ ਹੈ। ਉਸਨੇ ਹੱਸਦਿਆਂ ਹੱਸਦਿਆਂ ਕਿਹਾ, ਤੁਸੀਂ ਪੰਡਿਤ ਪਾਸੋਂ ਭਜਨ ਲੈ ਲਿਆ, ਮੈਂ ਤਾਂ ਸਤਿਗੁਰਾਂ ਪਾਸੋਂ ਭਜਨ ਲਵਾਂਗੀ।
ਜਾਨੀ ਜਾਨ ਸੱਚੇ ਪਾਤਸ਼ਾਹ ਉਸ ਦੀ ਉਵੇਂ ਇੱਛਾ ਪੂਰੀ ਕੀਤੀ। ਉਸ ਨੂੰ 3 ਵਾਰ ਦਰਸ਼ਨ ਹੋਏ, ਪਰ ਹੋਏ ਸੁਪਨੇ ਵਿੱਚ। ਸਤਿਗੁਰੂ ਰਾਮ ਸਿੰਘ ਜੀ, ਸਾਗੂ ਪ੍ਰਤਾਪ ਸਿੰਘ ਤੇ ਸਾਗੂ ਜਗਜੀਤ ਸਿੰਘ ਜੀ ਮਹਾਰਾਜ ਜਦ ਦਰਸ਼ਨ ਹੁੰਦੇ ਇਹ ਡੰਡੌਤਾ ਕਰਦੀ ਤੇ ਖੁਸ਼ੀਆਂ ਲੈਂਦੀ। ਇੱਕ ਵਾਰ ਚੰਨਣ ਕੌਰ ਨੇ ਸੱਚੇ ਪਾਤਸ਼ਾਹ ਜੀ ਦਾ ਵੀ ਜੋੜਾ ਪਾਲਿਸ਼ ਕੀਤਾ। ਇਹ ਆਸਣ ਵਿੱਚ ਆ ਭਜਨ ਕਰ ਰਹੀ ਸੀ ਤਾਂ ਇੱਕ ਡੋਲੀ ਆਕਾਸ਼ ਵਿੱਚ ਉਤਰੀ। ਉਸ ਵਿੱਚੋਂ ਦੀਨ ਦੁਨੀ ਦੇ ਵਾਲੀ ਸਤਿਗੁਰੂ ਰਾਮ ਸਿੰਘ ਜੀ, ਲੰਮੀਆਂ ਪੂਛਾਂ, ਉੱਚੀ ਗਰਦਨ, ਮੋਟੇ ਨੇਤਰ, ਤਿੱਖਾ ਨੱਕ, ਗਲ ਵਿੱਚ ਮਾਲਾ। ਪਾਤਸ਼ਾਹ ਦੇ ਨਾਲ ਇੱਕ ਮਾਈ ਵੀ ਸੀ। ਇਸ ਨੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਅਰਜ਼ ਕੀਤੀ, ਪਾਤਸ਼ਾਹ ਸੰਗਤਾਂ ਵਿਲਕ ਰਹੀਆਂ ਹਨ, ਦਰਸ਼ਨਾਂ ਦੀ ਦਾਤ ਬਖਸ਼ੋ। ਬਚਨ ਹੋਇਆ, ਅਜੇ ਸਮਾਂ ਨਹੀਂ ਹੋਇਆ, ਛੇਤੀ ਆਵਾਂਗਾ। ਮਾਸਟਰ ਜੀ ਅੱਗੇ ਸੁਣੋ। ਨਵੀਂ ਕਹਾਣੀ ਭਗਵਾਨ ਕ੍ਰਿਸ਼ਨ ਬਾਰੇ ਇਤਿਹਾਸ ਦੱਸਦਾ ਹੈ ਕਿ ਉਹਨਾਂ ਦੀਆਂ 16,000 ਗੋਪੀਆਂ ਸਨ ਤੇ ਭਗਵਾਨ ਕ੍ਰਿਸ਼ਨ ਸਭਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਸਨ। ਅੱਜ ਇਸ ਸਾਇੰਸ ਦੇ ਯੁੱਗ ਵਿੱਚ ਇਸ 'ਤੇ ਟੀਕਾ ਟਿੱਪਣੀ ਤੇ ਕਿੰਤੂ ਕੀਤੇ ਜਾਂਦੇ ਹਨ, ਪਰ ਸਾਨੂੰ ਜੋ ਵਿਖਾਇਆ ਗਿਆ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਜੇ ਭਗਵਾਨ ਦੀਆਂ 16,000 ਗੋਪੀਆਂ ਕੀ 16 ਕਰੋੜ ਵੀ ਹੁੰਦੀਆਂ ਤਾਂ ਉਹ ਸਬਸ ਦੀ ਕਾਮਨਾਵਾਂ ਪੂਰੀਆਂ ਕਰ ਸਕਦੇ ਸਨ। ਇਸ ਸੰਬੰਧ ਵਿੱਚ ਇੱਕ ਨਿੱਜੀ ਘਟਨਾ ਪੇਸ਼ ਕਰਨੀ ਜ਼ਰੂਰੀ ਸਮਝਦਾ ਹਾਂ। ਉਸ ਦਾ ਨਕਸ਼ਾ ਪੇਸ਼ ਕਰਨ ਲੱਗਿਆ ਹੀ ਮੇਰੇ ਮਨ ਅੰਦਰ ਖੁਸ਼ੀ ਦੀਆਂ ਲਹਿਰਾਂ ਦੌੜਨ ਲੱਗ ਪਈਆਂ ਹਨ। ਇਸ ਸਮੇਂ ਕਲਯੁਗ ਵਿੱਚ ਮੇਰੇ ਭਗਵਾਨ ਹਨ ਸ਼੍ਰੀ ਸਾਗੂ ਜਗਜੀਤ ਸਿੰਘ ਜੀ ਮਹਾਰਾਜ, ਜਿਨ੍ਹਾਂ ਮੇਰੇ ਮਨ ਦੀਆਂ ਘੁੰਡੀਆਂ ਖੋਲੀਆਂ, ਮੇਰੀ ਸ਼ੰਕੇ ਨਵੀਰਤ ਕੀਤੇ। ਜਰਾ ਸੁਣੋ, ਕਿੱਥੇ ਇਹ ਕਾਲਿਆਂ ਦੀ ਧਰਤੀ, ਕਿੱਥੇ ਸ਼੍ਰੀ ਭੈਣੀ ਸਾਹਿਬ ਹਜ਼ਾਰਾਂ ਕੋਹਾਂ ਦੀਆਂ ਵਿੱਥਾਂ, ਰਾਹ ਵਿੱਚ ਭਾਰੀ ਸਮੁੰਦਰ, ਜੰਗਲ, ਬੇਲੇ, ਮਰੂਸਥਲ ਤੇ ਕਈ ਥਾਈਂ ਉੱਜੇ ਨੀਵੇਂ ਪਰਬਤ, ਪਰ ਮਨ ਦੇ ਵੱਲ ਕੱਢਣ ਹਿਤ ਉਹਨਾਂ ਇੱਥੇ ਆ ਦਰਸ਼ਨ ਦਿੱਤੇ। ਬਿਨਾਂ ਵਾਯੂਵਾਨ, ਬਿਨਾਂ ਰੇਲ ਗੱਡੀ, ਬਿਨਾਂ ਮੋਟਰ ਕਾਰ, ਘਟਨਾ ਬਹੁਤ ਦੂਰ ਦੀ ਨਹੀਂ। ਨਰੋਬੀ ਦੀਆਂ ਸੰਗਤਾਂ ਦਰਸ਼ਨਾਂ ਵਾਸਤੇ ਅਰਜ਼ ਕਰ ਭੇਜੀ, ਜਿਹੜੀ ਪ੍ਰਵਾਨ ਹੋ ਗਈ। ਸੰਗਤਾਂ ਤੋਂ ਪੁੱਛ ਗਿੱਛ ਕੀਤੀ ਕਿ ਉਹ ਕਿੰਨੀਆਂ ਟਿਕਟਾਂ ਦਾ ਪ੍ਰਬੰਧ ਕਰ ਸਕਦੇ ਹਨ। ਮੈਂ ਅਜੇ ਨਵਾਂ ਹੀ ਕੂਕਾ ਬਣਿਆ ਸਾਂ, ਸੋਚਾਂ ਦੇ ਸਾਗਰ ਵਿੱਚ ਠਿਲ ਪਿਆ। ਟਿਕਟਾਂ ਦੀ ਕੀ ਲੋੜ? ਕਿੰਨਾ ਸਮਾਂ ਐਵੇਂ ਹੀ ਮਨ ਰਿਓੜੀਆਂ ਭੰਨਦਾ ਰਿਹਾ। ਕੈਸਾ ਗੁਰੂ ਹੈ, ਟਿਕਟਾਂ ਵਾਸਤੇ ਪੈਸੇ ਇਕੱਠੇ ਕੀਤੇ ਜਾਂਦੇ ਹਨ। ਪਿਛਲੇ ਗੁਰੂ ਸਨ ਕਿ ਅਰਜ਼ ਕੀਤੀ ਨਹੀਂ ਕਿ ਸੇਵਕਾਂ ਦੇ ਕਾਰਜ ਰਾਸ। ਗੁਰੂ ਨਾਨਕ ਦੇਵ ਜੀ ਬੇਬੇ ਨਾਨਕੀ ਦੀ ਯਾਦ 'ਤੇ ਮੱਕਿਓ ਸੁਲਤਾਨਪੁਰ ਆ ਪਹੁੰਚੇ ਸਨ। ਗੁਰੂ ਤੇਗ ਬਹਾਦਰ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਬੰਨੇ ਲਾਇਆ ਸੀ। ਸਤਿਗੁਰੂ ਰਾਮ ਸਿੰਘ ਜੀ ਘੜੀਆਂ ਪਲਾਂ ਵਿੱਚ ਰਾਏ ਸਿੰਘ ਨੂੰ ਸ਼ੇਰ ਦੇ ਮੂੰਹ ਪੈਣੋਂ ਬਚਾਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦਲੀਪ ਸਿੰਘ ਹਿਸਾਰੀਏ ਦੀ ਅੱਧੀ ਰਾਤੀ ਉੱਠ ਕੇ ਚਿੱਤਰੇ ਪਾਸੋਂ ਰੱਖਿਆ ਕੀਤੀ ਸੀ। ਇੱਥੇ ਟਿਕਟਾਂ ਦਾ ਖਰਚਾ ਮੰਗਿਆ ਜਾ ਰਿਹਾ ਹੈ। ਇਹਨਾਂ ਸੋਚਾਂ ਵਿਚਾਰਾਂ ਵਿੱਚ ਦਿਨ ਬੀਤ ਗਿਆ। ਸੂਰਜ ਨੂੰ ਹਨੇਰੇ ਨੇ ਘੇਰਾ ਪਾ ਲਿਆ। ਕੀਰਤਨ ਸੋਹਿਲੇ ਦਾ ਪਾਠ ਕੀਤਾ ਤੇ ਬਰਾਜ ਗਿਆ। ਰਾਤ ਢਲ ਗਈ, ਖਿੱਤੀਆਂ ਔ ਚਲੀਆਂ ਗਈਆਂ। ਅੰਮ੍ਰਿਤ ਵੇਲਾ ਹੋ ਗਿਆ। ਮੰਜੇ ਨੂੰ ਲੱਤ ਮਾਰੀ ਤੇ ਇਸ਼ਨਾਨ ਕੀਤਾ। ਗੜਵਾ ਜਲਦਾ ਰੱਖਿਆ, ਧੂਫ ਧੁਖਾਈ, ਆਸਣ ਵਿਛਾਇਆ ਤੇ ਮਾਲਾ ਫਾੜ ਬਹਿ ਗਿਆ। ਲਾਗੇ ਹੀ ਚੰਨਣ ਕੌਰ ਗੁਰਚਰਨਾਂ ਨਾਲ ਜੁੜ ਗਈ। ਬੀਬੀ ਜੋਗਿੰਦਰ ਕੌਰ ਵੀ ਇਸ਼ਨਾਨ ਕਰ ਬਿਰਤੀ ਸਤਿਗੁਰਾਂ ਦੇ ਚਰਨਾਂ 'ਤੇ ਟਿਕਾਈ। ਵਾਹ ਭਈ ਵਾਹ, ਤੁਹਾਡਾ ਪਰਿਵਾਰ ਤਾਂ ਮਾਤਲੋਕ ਤੇ ਮਾਨ ਸਰੋਵਰ, ਇਤਨਾ ਸੁਖਾਵਾਂ ਵਾਤਾਵਰਨ, ਇਤਨਾ ਭਾਗਸ਼ੀਲ ਪਰਿਵਾਰ, ਹੰਸਤੇ ਹੰਸਲੇ ਮੋਤੀ ਚੋਗ ਚੁਗਣ, ਭੜਵੀਂ ਸਵਰਗਾਪੁਰੀ ਦਾ ਮੁਕਾਬਲਾ ਕਰ ਸਕਦੀ ਏ। ਨਹੀਂ ਮਾਸਟਰ ਜੀ, ਐਵੇਂ ਨਾ ਫੂਕ ਚਾੜੋ, ਇਹ ਪੂਰਨ ਸੱਚ। ਤੂੰ ਕਥਾ ਅੱਗੇ ਟੋਰ। ਸਿਮਰਨ ਕਰਦਿਆਂ ਅੱਧਾ ਕੁ ਘੰਟਾ ਬੀਤਿਆ ਹੋਣਾ ਏ ਕਿ ਕੰਨਾਂ ਵਿੱਚ ਕੁਰਰ ਕੁਰਰ ਦੀ ਆਵਾਜ਼ ਪਈ। ਬਾਹਰਲੇ ਦਰਵਾਜ਼ੇ 'ਤੇ ਲਾਈਟਾਂ ਦਾ ਲਿਸ਼ਕਾਰਾ ਵੀ ਵੱਜਾ। ਕੋਈ ਅੱਖ ਨਹੀਂ ਲੱਗੀ, ਊਂਘ ਨਹੀਂ ਆਈ, ਸੁਪਨਾ ਨਹੀਂ ਵੇਖਿਆ।
ਜਾਗਦਿਆਂ ਇਨ੍ਹਾਂ ਨੇਤਰਾਂ ਨਾਲ ਤੱਕਿਆ ਖਿਆਲ ਆਇਆ ਸੂਬਾ ਦਰਸ਼ਨ ਸਿੰਘ ਕੰਪਾਲੇ ਗਿਆ ਹੋਇਆ ਸੀ। ਉਹਨਾਂ ਦੀ ਰਿਹਾਇਸ਼ ਓਨੀ ਦਿਨ ਹੀ ਸਾਡੇ ਫਲੈਟ ਵਿੱਚ ਸੀ। ਉਹ ਆਇਆ ਹੋਣਾ ਹੈ। ਇਤਨੀ ਨੂੰ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ ਅਤੇ ਨਾਲ ਹੀ ਪਊਆਂ ਦੀ ਖਟ-ਖਟ। ਹੁਣ ਸਾਰਾ ਕਮਰਾ ਪ੍ਰਕਾਸ਼ ਨਾਲ ਲੱਟ ਨੂਰੋ ਨੂਰ ਹੋ ਗਿਆ। ਉਹ ਮੋਹਣੀ ਮੂਰਤ ਜਿਸ ਦੀ ਖਿੜਵੀਂ ਤਸਵੀਰ ਕਵੀ ਪ੍ਰੀਤਮ ਸਿੰਘ ਜੀ ਖਿੱਚੀ ਏ। ਉਤਾਂ ਨਿਗਾਹ ਕੀਤੀ, ਪ੍ਰਤੱਖ ਦਰਸ਼ਨ, ਸਾਖਿਆਤ ਦੀਦਾਰੇ, ਵਿਸਮਾਦਤਾ ਪਸਰ ਗਈ। ਕੁਝ ਵਰਣਨ ਨਹੀਂ ਕੀਤਾ ਜਾ ਸਕਦਾ। ਸਾਰਾ ਹੀ ਪਰਿਵਾਰ ਵੈਰਾਗੀ ਹੋ ਗਿਆ। ਮੰਜੇ 'ਤੇ ਜਾ ਲੇਟਿਆ। ਬੋਲਣ ਦੀ ਵਾਹ ਨਾ ਰਹੀ। ਰਾਮ ਗੁਰ ਮੋਹਨ ਮੋਹੇ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਰੰਗ ਚੜ੍ਹ ਗਿਆ, ਮਸਤੀ ਛਾ ਗਈ। ਕੁਝ ਔੜਦਾ ਨਹੀਂ। ਕੀ ਦੱਸਾਂ, ਭਰਮ ਦੇ ਗੇੜ ਵਿੱਚ ਤਰੇੜਾਂ ਪੈ ਗਈਆਂ। ਉਸ ਦੇ ਥੰਮ ਥਿੜਕ ਗਏ। ਆਨਨ ਫਾਨਨ ਵਿੱਚ ਸਭ ਕੁਝ ਧੜੈ ਕਰਦਾ ਧਰਤੀ 'ਤੇ ਜਾ ਡਿੱਗਾ। ਫੂਟੋ ਆਂਡਾ ਭਰਮ ਕਾ ਮਨੇ ਭਇਆ ਪਰਗਾਸ, ਕਾਟੀ ਬੇੜੀ ਪਗੇ ਤੇ ਗੁਰੂ ਕੀਨੀ ਬਨ ਖਲਾਸ। ਭਰੋਸਾ ਬੱਝ ਗਿਆ ਕਿ ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ, ਗੁਰ ਦਇਆਲ ਸਮਰੱਥ ਗੁਰ, ਗੁਰੂ ਨਾਨਕ ਪਤਿਤ ਉਦਾਹਰਣੇ। ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡਾ ਮਨ ਖਿੱਚ ਲਿਆ ਅਤੇ ਬੀਬੀ ਚੰਨਣ ਕੌਰ ਅਤੇ ਮੈਂ ਸਤਿਗੁਰਾਂ ਦੇ ਸਿੱਖ ਬੱਝ ਗਏ। ਸਾਰੇ ਹੀ ਆਖ ਲਈਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਉਹਨਾਂ ਦੀ ਚਰਨਾਂ 'ਤੇ ਸਾਡੀ ਅਨੇਕਾਂ ਵਾਰ ਡੰਡੌਤ ਬੰਦਨਾ ਹੈ।